ਇਹ ਤਾਂ ਉਹਨਾਂ ਨੂੰ ਹੀ ਪ੍ਰੋਬਲਮ ਹੈ, ਏਸੀ ਵਾਲਿਆਂ ਨੂੰ। ਏਸੀ ਚੱਲਣਗੇ 600 ਮੱਚੂਗੀ, ਭਰਨੀ ਪਊਗੀ, ਬਿੱਲ ਭਰਨਾ ਪਊਗਾ। ਇਹ ਮਸਲਾ ਐਸੀ ਬਨਾਮ ਏਸੀ ਦਾ ਹੋ ਗਿਆ। ਐਸੀ ਨੂੰ ਕਾ ਵਿੱਚ ਲਿਆ ਜਾ ਰਿਹਾ, ਏਸੀ ਵਾਲੇ ਭਰਾਵਾਂ ਨੂੰ ਦਿੱਕਤ ਹੋ ਰਹੀ ਹੈ। ਸਾਡੇ ਲੋਕਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ, ਸਾਡੇ ਲੋਕਾਂ ਨੂੰ 12 ਵਜੇ ਤੋਂ ਪਹਿਲਾਂ ਘਰੋਂ ਨਿਕਲਣ ਦਾ ਅਧਿਕਾਰ ਨਹੀਂ ਸੀ। ਵੱਡੀ ਜਾਤੀ ਵਾਲੇ ਬੰਦੇ ਦੇ ਉੱਤੇ ਸਾਡੀ ਪਰਛਾਈ ਵੀ ਪੈ ਜਾਂਦੀ ਸੀ ਤਾਂ ਐਂ ਸਮਝਿਆ ਜਾਂਦਾ ਵੀ ਉਹ ਪਿੱਟਿਆ ਗਿਆ। ਸਾਡੇ ਗਲਾਂ 'ਚ ਕੁੱਜੇ ਹੁੰਦੇ ਸੀ, ਅਸੀਂ ਖੰਘ ਨਹੀਂ ਸਕਦੇ ਸੀ, ਅਸੀਂ ਸਾਹ ਨਹੀਂ ਲੈ ਸਕਦੇ। ਖੰਘਾਰ ਸਾਡੇ ਬਜ਼ੁਰਗ ਇੱਥੇ ਇਕੱਠਾ ਕਰਦੇ ਸਾਰੇ ਦਿਨ ਦਾ। ਕਹਿੰਦੇ ਵੀ ਸਾਰਾ ਕੋਟਾ ਨੌਕਰੀਆਂ ਖਾ ਗਿਆ ਸਰਕਾਰੀ। ਇਹ ਵੀ ਬੜਾ ਚੱਲਦਾ ਵੀ ਸਰਕਾਰੀ ਨੌਕਰੀਆਂ ਤਾਂ ਇਹਨਾਂ ਕੋਲ ਹੀ ਰਹਿ ਗਈਆਂ। ਪਿਓ ਜੱਜ, ਮੁੰਡਾ SDM, ਨੋ ਡਾਕਟਰ, ਫਲਾਨਾ ADC। ਕਿਹੜੀ ਆ ਉਹ ਪ੍ਰਜਾਤੀ ਹੈ ਕਿੱਥੇ, ਤੇ ਜਾਣ ਕੇ ਇਹ ਫੈਲਾ ਰਹੇ ਆ। ਕਿਵੇਂ ਕੋਟੇ ਵਾਲੇ ਤੁਸੀਂ ਕਹਿੰਦੇ 500 ਘਰ ਆ, ਕਿੰਨੇ ਘਰ ਆ ਜਿਹੜੇ ਸਰਕਾਰੀ ਨੌਕਰੀਆਂ ਤੇ ਵਧੀਆ ਦੇ ਉੱਤੇ ਮੌਜੂਦ? ਤੇ ਗਰਾਊਂਡ ਤੇ ਜਾ ਕੇ ਦੇਖੋ, ਆ ਕੇ ਦੇਖੋ, RTI ਪਾ ਲਓ ਯਾਰ। ਕਿੱਥੇ ਕੋਟਾ ਸੀ, ਮਤਲਬ ਕਿੱਥੇ ਅਸੀਂ ਹੱਕਾਂ ਤੇ ਡਾਕਾ ਮਾਰ ਰਹੇ ਹਾਂ। ਤੁਸੀਂ ਏਸੀ ਲਵਾ ਲਓਗੇ ਹੁਣ ਵੀ ਤੁਹਾਨੂੰ ਬਹੁਤ ਜਮਾ ਹੀ ਮਾਫ ਹੋਊਗੀ। ਏਸੀ ਕਿੱਥੋਂ ਲਵਾ ਲੈਣਗੇ? ਸਾਡੇ ਜੁੱਤੀਆਂ ਬਣਾਉਣ ਵਾਲੇ ਭਰਾ, ਕਿ ਸਾਨੂੰ ਤਾਂ ਆਪਦੇ ਘਰ ਦੇ ਜਵਾਕਾਂ ਦੇ ਲੀੜੇ ਲੱਤਿਆਂ ਦੀਆਂ ਤੇ ਉਹ ਜਿਹੜੀਆਂ ਲੋੜਾਂ ਨੇ ਜ਼ਰੂਰੀ ਉਹੀ ਨਹੀਂ ਸਾਥੋਂ ਤਾਂ ਪੂਰੀਆਂ ਹੁੰਦੀਆਂ। ਬਥੇਰੇ ਦਫ਼ਤਰਾਂ ਦੇ ਵਿੱਚ ਸਾਡੇ ਲੋਕਾਂ ਨਾਲ ਮਿਸਬਿਹੇਵ ਕੀਤਾ ਜਾਂਦਾ, ਸਾਹਮਣੇ ਨਹੀਂ ਤਾਂ ਪਿੱਠ ਪਿੱਛੇ ਕਹਿ ਦਿੱਤਾ ਜਾਂਦਾ। ਇੱਕ ਨਦੀ ਨਾਲੇ ਚੋਂ ਕੁੱਤਾ ਪਾਣੀ ਪੀ ਸਕਦਾ ਸੀ, ਕੋਈ ਜਾਨਵਰ ਪਾਣੀ ਪੀ ਸਕਦਾ ਸੀ, ਸਾਡਾ ਬੰਦਾ ਪਾਣੀ ਨਹੀਂ ਪੀ ਸਕਦਾ। ਕਿੰਨੇ ਬੁਰੇ ਹਾਲਾਤ ਸੀ। ਇਹ ਕਹਿੰਦੇ ਆ ਯਾਰ ਤੁਸੀਂ ਰਿਜ਼ਰਵੇਸ਼ਨ ਕਿਉਂ ਲੈ ਰਹੇ ਹੋ? ਜਿਹੜੀ ਰਿਜ਼ਰਵੇਸ਼ਨ ਹੈ ਉਹ ਮਤਲਬ ਇਕਨੋਮਿਕ ਤੇ ਆਰਥਿਕਤਾ ਦੇ ਆਧਾਰ ਤੇ ਹੋਵੇ। ਜਿਹੜਾ ਗਰੀਬ ਆ ਉਹਨੂੰ ਮਿਲ ਜਾਵੇ, ਜਿਹੜਾ ਅਮੀਰ ਆ ਉਹਨੂੰ ਨਾ ਮਿਲੇ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਹੋਣਾ ਨਹੀਂ ਚਾਹੀਦਾ? ਬਿਲਕੁਲ ਹੋਣਾ ਚਾਹੀਦਾ, ਪਰ ਕਾਸਟਿਜ਼ਮ ਖਤਮ ਹੋ ਜੇ, ਅਸੀਂ ਰਿਜ਼ਰਵੇਸ਼ਨ ਛੱਡ ਦਿਆਂ। ਸਾਡੇ ਬੱਚੇ, ਜੇ ਮੰਨ ਲਓ ਫਾਦਰ ਕੋਈ ਜੌਬ ਕਰਦਾ ਨਾ, ਤਾਂ ਬੱਚੇ ਨੂੰ ਵਜ਼ੀਫਾ ਨਹੀਂ ਮਿਲਦਾ। ਸਾਡੇ ਭਰਾ ਕੋਈ ਸਫਾਈ ਸੇਵਕਾ, ਕੋਈ ਗਟਰ 'ਚ ਵੜਦਾ, ਕੋਈ ਕੁਛ ਕਰਦਾ, ਤਾਂ ਇਦਾਂ ਦੀਆਂ ਜੌਬ ਕਰ ਰਹੇ ਆ, ਜੀਵਨ ਬਸਰ ਕਰ ਰਹੇ ਆ, ਹੱਕ ਹਲਾਲ ਦੀ ਮਿਹਨਤ ਕਰਦੇ ਆ ਯਾਰ, ਫਿਰ ਵੀ ਇਹਨਾਂ ਨੂੰ ਆਪੱਤੀ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ, ਇੱਕ ਗਰੰਟੀ ਦਿੱਤੀ ਸੀ ਕਿ ਹਰ ਪਰਿਵਾਰ ਨੂੰ 1 ਮਹੀਨੇ ਦੀ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਤਾਂ ਉਹਦਾ ਐਲਾਨ 16 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ 2 ਮਹੀਨਿਆਂ ਦੀ 600 ਯੂਨਿਟ ਬਿਜਲੀ ਹਰ ਪਰਿਵਾਰ ਨੂੰ ਮਿਲੇਗੀ। ਨਾਲ ਇੱਕ ਅਗਲੀ ਜਿਹੜੀ ਸ਼ਰਤ ਉਹਨਾਂ ਨੇ ਕਹੀ ਹੈ ਕਿ ਜਿਹੜਾ SC BC ਫਰੀडम ਫਾਈਟਰ ਪਰਿਵਾਰ ਹੈ ਉਹਨਾਂ ਨੂੰ 600 ਤੋਂ ਉੱਪਰ ਜੋ ਯੂਨਿਟਾਂ ਮਚਾਉਣਗੇ ਜਾਂ ਜਿਹੜੀਆਂ ਬਾਲਣਗੇ ਉਹਨਾਂ ਦਾ ਹੀ ਬਿੱਲ ਆਵੇਗਾ। ਯਾਨੀ ਕਿ 600 ਯੂਨਿਟ ਮਾਫ ਹੋ ਜਾਵੇਗੀ। ਜੇ 605 ਹੋਣਗੀਆਂ ਤਾਂ 5 ਦਾ ਬਿੱਲ ਆਵੇਗਾ, 10 ਹੋਣਗੀਆਂ 10 ਦਾ ਬਿੱਲ ਆਵੇਗਾ। ਪਰ ਜੋ ਜਰਨਲ ਵਰਗ ਹੈ ਉਸ ਨੂੰ 605 ਹੋਈਆਂ ਤਾਂ 605 ਦਾ ਹੀ ਬਿੱਲ ਆਵੇਗਾ। 601 ਵੀ ਹੋ ਗਈ ਤਾਂ 601 ਦਾ ਹੀ ਪੂਰੇ ਦਾ ਬਿੱਲ ਆਵੇਗਾ। ਇਸ ਤੋਂ ਬਾਅਦ ਵਿਵਾਦ ਚੱਲਿਆ ਹੋਇਆ, ਕਿਹਾ ਜਾ ਰਿਹਾ ਕਿ ਪੱਖਪਾਤ ਹੋ ਰਿਹਾ ਹੈ ਪੰਜਾਬ ਦੇ ਵਿੱਚ, ਜਿਹੜਾ ਕਿ 2 ਤਰੀਕੇ ਦੀ ਆਮ ਆਦਮੀ ਪਾਰਟੀ ਨੇ ਜਿਹੜੀ ਪਾਲਿਸੀ ਹੈ ਲਾਗੂ ਕੀਤੀ ਹੈ। ਲੋਕਾਂ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ ਕਿ ਸਭ ਨਾਲ ਇੱਕੋ ਜਿਹਾ ਵਿਹਾਰ ਹੋਣਾ ਚਾਹੀਦਾ, SC BC ਵਾਲਾ ਕੋਟਾ ਹੀ ਖਤਮ ਹੋਣਾ ਚਾਹੀਦਾ। ਕੀ ਲੋੜ ਹੈ ਇਸ ਦੀ? ਆਰਥਿਕਤਾ ਦੇ ਆਧਾਰ ਤੇ ਕੋਟਾ ਹੋਵੇ। ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ SC ਸਮਾਜ ਦੇ ਵਿੱਚੋਂ ਜਿਹੜੇ ਮੌਜੂਦਾ MC ਡਾਕਟਰ ਬਲਵਿੰਦਰ ਸਿੰਘ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਕੋਟੇ ਤੇ ਸਵਾਲ ਉੱਠਦੇ ਆ। ਕੋਟਾ ਇਹਨਾਂ ਨੂੰ ਵੀ ਪੁੱਛਦੇ ਆ ਕਿ ਕੋਈ ਜ਼ਰੂਰੀ ਹੈ ਜਾਂ ਆਰਥਿਕਤਾ ਦੇ ਆਧਾਰ ਤੇ ਹੋ ਜਾਵੇ ਤਾਂ ਉਹਦੇ ਕੀ ਮਹੱਤਵ ਹੋਣਗੇ, ਜਾਂ ਜੋ ਮਿਲ ਰਿਹਾ ਉਹਦੇ ਨਾਲ ਕੀ ਫਾਇਦਾ ਹੈ, ਨੁਕਸਾਨ ਹੈ। ਇਸ ਤੇ ਵੀ ਗੱਲਬਾਤ ਕਰਾਂਗੇ, ਉਹਨਾਂ ਦਾ ਪੱਖ ਲਵਾਂਗੇ। ਬਲਵਿੰਦਰ ਜੀ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਲਵਿੰਦਰ ਜੀ ਕਿਵੇਂ ਦੇਖਦੇ ਹੋ ਬਿਜਲੀ ਵਾਲੇ ਮਸਲੇ ਤੋਂ ਬਾਅਦ ਬੜਾ ਵਿਵਾਦ ਉੱਠਿਆ ਹੋਇਆ? ਕਿਹਾ ਜਾ ਰਿਹਾ ਕਿ ਜੀ ਜਿਹੜਾ ਕੋਟਾ ਹੈ ਇਹ ਆਰਥਿਕਤਾ ਦੇ ਬੜੇ ਜਰਨਲ ਵੀ ਗਰੀਬ ਹੈ, ਇਕੱਲੇ SC ਥੋੜ੍ਹੀ SC ਬੜੇ ਆ ਜਿਹੜੇ ਨੌਕਰੀਆਂ ਤੇ ਬੈਠੇ ਆ, ਸਾਰਾ ਟੱਬਰ ਲੱਗਿਆ ਹੋਇਆ। ਇਹਦੇ 'ਚ ਜਿਹੜੀ ਆਹ ਤੁਸੀਂ ਗੱਲ ਕਰ ਰਹੇ ਹੋ, ਮੈਂ ਵੀ ਸਮਝ ਗਿਆ ਕਿ ਇੱਕ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿ ਬਾਪ ਜੱਜ, ਪਤਨੀ ਉਹਦੀ SDM, ਬੇਟਾ ਉਹਦਾ ਮੇਰੇ ਖਿਆਲ ਦੇ ਵਿੱਚ ਤਹਿਸੀਲਦਾਰ, ਇੱਦਾਂ ਕਰਕੇ ਡਾਕਟਰ, ਹੈ ਨਾ। ਇੱਕ ਇੱਦਾਂ ਦੀ ਪ੍ਰਜਾਤੀ ਮੈਂ ਦੇਖੀ ਨਹੀਂ। ਇਹ ਜਿਹੜੀ ਪ੍ਰਜਾਤੀ ਦੀ ਉਹ ਗੱਲ ਕਰ ਰਹੇ ਨੇ, ਮੇਰੇ ਮਹੱਲੇ ਅੰਬੇਦਕਰ ਨਗਰ ਦੀ ਗੱਲ ਕਰੀਏ, ਵਾਰਡ ਨੰਬਰ 15, 16, 17 ਸਾਡੇ ਲਾਈਨੋਂ ਪਰ ਤਕਰੀਬਨ ਸਲਮ ਬਸਤੀਆਂ ਨੇ। ਇਹਨਾਂ ਦੇ ਵਿੱਚ ਸਰਵੇ ਕੀਤਾ ਜਾਵੇ, ਸਮੁੱਚੇ ਸ਼ਹਿਰ ਦੇ ਵਿੱਚ ਹੀ ਸਰਵੇ ਕੀਤਾ ਜਾਵੇ ਕਿ ਇਹ ਪ੍ਰਜਾਤੀ ਹੈਗੀ ਹੈ ਕਿ ਸਿਰਫ ਇੱਕ ਜਿਹੜੇ ਉਹ ਮਾਸਟਰ ਮਾਈਂਡ ਲੋਕ ਜਿਨ੍ਹਾਂ ਨੇ ਪਹਿਲਾਂ
5000 ਸਾਲ ਸਾਡੇ ਤੇ ਰਾਜ ਕੀਤਾ, ਸਾਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਸੀ। ਇਹ ਉਹਨਾਂ ਦੀ ਆਈਡੀਓਲੋਜੀ ਹੈ, ਉਹ ਝੂਠੀਆਂ ਚੀਜ਼ਾਂ ਫੈਲਾ ਰਹੇ ਨੇ। ਐਦਾਂ ਦੀ ਬਿਲਕੁਲ ਹਕੀਕਤ ਨਹੀਂ ਹੈ ਭਰਾਵੋ। ਸਾਡੇ ਲੋਕਾਂ ਨੂੰ ਕੋਲੇ ਤਾਂ 4 ਕਲਾਸ ਜੌਬ ਮਸਾਂ ਮਿਲਦੀ ਹੈ, 3rd ਕਲਾਸ ਮਸਾਂ ਜੌਬ ਹੈ। ਇਹ ਗਰਾਊਂਡ ਦੀ ਹਕੀਕਤ ਤੋਂ ਪਰੇ ਦੀਆਂ ਗੱਲਾਂ ਨੇ। ਆ ਗਈ ਗੱਲ ਬਿਜਲੀ ਮਾਫੀ ਦੀ ਜੀ। ਬਿਜਲੀ ਮਾਫੀ ਦੇ ਵਿੱਚ ਸਾਡੇ ਤੋਂ 400 ਯੂਨਿਟ ਨਹੀਂ ਮੱਚਦੀ। ਸਾਡੇ SC BC OBC ਪਰਿਵਾਰ ਨੇ ਜਿਹੜੇ ਇੱਥੇ ਤੁਸੀਂ 5 ਸਾਲ ਦੀ ਡਿਟੇਲ ਕਢਾ ਲਓ ਵਾਰਡ ਨੰਬਰ 17 ਦੀ, 15 16 17 ਦੀ, ਕੱਲੇ SC ਪਰਿਵਾਰ ਦੀ ਡਿਟੇਲ ਕਢਵਾ ਲਓ ਵੀ ਉਹਨਾਂ ਨੇ ਕਦੋਂ ਜਿਹੜੀ 400 ਯੂਨਿਟ ਬਾਲੀ ਹੈ 2 ਮਹੀਨਿਆਂ 'ਚ। ਸਾਥੋਂ 400 ਨਹੀਂ ਮੱਚਦੀ। ਸਾਡੇ ਚੱਲਦਾ ਕੀ ਹੈ, ਪੱਖਾ ਕੂਲਰ ਤੇ 2 ਪੱਖੇ, ਆਪਣਾ 2 ਬਲਬ, ਹੋਰ ਕੀ ਹੈ। ਇਹ ਰੌਲਾ ਉਹ ਪਾ ਰਿਹਾ ਜਿਨ੍ਹਾਂ ਦੇ ਘਰਾਂ 'ਚ AC ਲੱਗੇ ਹੋਏ ਨੇ। ਉਹ ਰੌਲਾ ਪਾ ਰਿਹਾ ਵੀ ਯਾਰ ਸਾਡੇ AC ਚੱਲਣਗੇ ਤੇ ਸਾਥੋਂ ਤਾਂ 600 ਮੱਚੂ, ਸਾਨੂੰ ਬਿੱਲ ਭਰਨਾ ਪਊ। ਇਹ ਪ੍ਰੋਬਲਮ ਉਹਨਾਂ ਨੂੰ ਆ, ਸਾਨੂੰ ਕੋਈ ਪ੍ਰੋਬਲਮ। ਸਾਥੋਂ 600 ਕਿੱਥੋਂ, ਸਾਥੋਂ 400 ਨਹੀਂ ਮੱਚਦੀ। ਹਕੀਕਤ ਆ ਹੈ ਇਹ, ਉਹਨਾਂ ਨੂੰ ਹੀ ਪ੍ਰੋਬਲਮ ਆ ਰਹੀ ਹੈ, ਉਹਨਾਂ ਨੂੰ ਬਿੱਲ ਭਰਨੇ ਪੈਣਗੇ। ਇਹ ਸਰਕਾਰ ਦੀ ਜੋ ਪਾਲਿਸੀ ਹੈ, ਚਲੋ ਸਰਕਾਰ ਨੇ ਆਪਦੇ ਮੁਤਾਬਕ ਜੋ ਬਣਾਈ ਹੈ ਤਾਂ ਉਹਨਾਂ ਨੇ ਉਹ ਲਾਗੂ ਕੀਤੀ ਹੈ, ਉਹਨਾਂ ਨੇ ਵਾਅਦਾ ਕੀਤਾ ਸੀ ਲਾਗੂ ਕਰਤੀ, ਅੱਛੀ ਗੱਲ ਹੈ। ਪਰ ਇਹ ਪ੍ਰੋਬਲਮ ਸਾਨੂੰ ਨਹੀਂ ਹੈਗੀ ਇਸ ਗੱਲ ਤੋਂ, ਉਹਨਾਂ ਨੂੰ ਆ ਜਿਨ੍ਹਾਂ ਦੇ AC ਚੱਲਣੇ ਆ ਸਾਡੇ। ਮੈਂ ਬਾਏਕਾਸਟ ਕਿਸੇ ਨੂੰ ਨਹੀਂ ਕਹਾਂਗਾ। ਇੱਥੇ ਤੁਸੀਂ ਵਾਰਡ ਨੰਬਰ 15 16 17 ਦਾ ਸਰਵੇ ਕਰ ਲਓ, ਮੇਰੇ ਵਾਰਡ ਨੰਬਰ 17 ਦਾ ਸਰਵੇ ਕਰ ਲਓ, 500 ਘਰ ਹੈ, 5% AC ਹੈ ਨਹੀਂ ਜੀ। 25 AC ਮੇਰੇ ਮਹੱਲੇ ਚੋਂ ਨਿਕਲ ਆਉਣ, ਮੈਂ ਨੀਵੀਂ ਥਾਂ ਤੇ ਬਹਿ ਜਾਊਂਗਾ, ਗਰੰਟੀ ਹੈ। ਸਾਡੇ ਲੋਕਾਂ 'ਚ AC ਕਿਹਦੇ ਆ? ਸਾਡੇ ਮਸਾ ਰੇਅਰ 500 ਘਰਾਂ 'ਚ 10 AC ਮਿਲਣਗੇ, ਸਰਵੇ ਕਰ ਲਓ। ਤਾਂ ਸਾਨੂੰ ਤਾਂ ਆਪੱਤੀ ਨਹੀਂ ਹੈ ਇਸ ਗੱਲ ਤੋਂ। ਆਪੱਤੀ ਉਹਨਾਂ ਨੂੰ ਆ ਜਿਨ੍ਹਾਂ ਨੂੰ ਆਇਆ ਵੀ ਸਾਡੇ 2-2 3-3 AC ਚੱਲਣੇ ਆ, ਸਾਨੂੰ ਬਿਜਲੀ 600 ਤੋਂ ਵੱਧ ਮੱਚ ਜੂਗੀ, ਸਾਨੂੰ ਬਿੱਲ ਭਰਨਾ ਪਊ, ਤਾਂ ਇਹ ਫਲਾਈ ਜਾ ਰਹੀ ਹੈ ਗੱਲ। ਇਹ ਮਸਲਾ ਮਤਲਬ SC ਤੇ AC ਦਾ ਹੋ ਗਿਆ, SC ਤੇ ਜਰਨਲ ਦਾ ਨਹੀਂ। ਬਿਲਕੁਲ ਹਕੀਕਤ ਹੈ, ਤੁਹਾਡੇ ਵਰਡ ਜਮਾਂ ਸਹੀ ਨੇ। ਇਹ ਮਸਲਾ SC ਬਨਾਮ AC ਦਾ ਹੋ ਗਿਆ। SC AC ਦਾ ਹੋ ਗਿਆ, ਨਾ ਕਿ ਇਹਨੂੰ ਮਤਲਬ ਕਾਸਟ ਨਾਲ ਤਾਂ ਜੋੜਿਆ ਹੀ ਜਾ ਰਿਹਾ। SC ਨੂੰ ਵਿੱਚ ਲਿਆ ਜਾ ਰਿਹਾ, AC ਵਾਲੇ ਭਰਾਵਾਂ ਨੂੰ ਦਿੱਕਤ ਹੋ ਰਹੀ ਹੈ, ਹੋਰ ਕੋਈ ਦਿੱਕਤ ਨਹੀਂ। ਹੋਰ ਕੋਈ ਦਿੱਕਤ ਬਿਲਕੁਲ। ਅੱਛਾ, ਇੱਕ ਕਿਹੜਾ ਚੱਲਦਾ ਹੈ ਕਿ ਜਿਹੜੀ ਰਿਜ਼ਰਵੇਸ਼ਨ ਹੈ ਉਹ ਮਤਲਬ ਇਕਨੋਮਿਕ ਤੇ ਆਰਥਿਕਤਾ ਦੇ ਆਧਾਰ ਤੇ ਹੋਵੇ, ਜਿਹੜਾ ਗਰੀਬ ਆ ਉਹਨੂੰ ਮਿਲ ਜਾਵੇ, ਜਿਹੜਾ ਅਮੀਰ ਆ ਉਹਨੂੰ ਨਾ ਮਿਲੇ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਹੋਣਾ ਨਹੀਂ ਚਾਹੀਦਾ ਇਹ? ਬਿਲਕੁਲ ਹੋਣਾ ਚਾਹੀਦਾ, ਮੈਂ ਸਹਿਮਤ ਹਾਂ, ਬਿਲਕੁਲ ਹੋਣਾ ਚਾਹੀਦਾ। ਪਰ ਬਾਬਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੈ? ਬਾਬਾ ਸਾਹਿਬ ਨੇ ਖੁਦ ਇਹ ਗੱਲ ਐਕਸੈਪਟ ਕੀਤੀ ਸੀ, ਸੰਵਿਧਾਨ ਦੇ ਵਿੱਚ ਲਿਖੀ ਹੈ ਕਿ ਜਿਹੜੀ ਰਿਜ਼ਰਵੇਸ਼ਨ ਹੈ ਉਹ ਇੱਕ ਸਮਾਂ ਐਸਾ ਆਵੇ ਜਾਂ ਐਸਾ ਸਮਾਂ ਲਿਆਂਦਾ ਜਾਵੇ, ਉਹ ਉਦੋਂ ਹੀ ਆਊਗਾ ਜਦੋਂ ਸੰਵਿਧਾਨ ਨੂੰ ਐਨ ਲਾਗੂ ਕੀਤਾ ਜਾਊਗਾ। ਐਨ ਨਹੀਂ ਲਾਗੂ ਕਰਦੇ ਵੀ ਸੰਵਿਧਾਨ ਉਸ ਪ੍ਰੋਪਰ ਵੇ ਦੇ ਵਿੱਚ ਲਾਗੂ ਹੋਵੇ। ਲਾਗੂ ਹੋ ਕੇ ਜਦੋਂ ਕਾਸਟਿਜ਼ਮ ਖਤਮ ਹੋ ਗਿਆ ਉਦੋਂ ਆਰਕਸ਼ਣ ਖਤਮ ਹੋ ਜਾਊਗਾ। ਅਸੀਂ ਆਰਕਸ਼ਣ ਖਤਮ ਲਈ ਮੈਂ ਤਾਂ ਆਪ ਤਿਆਰ ਹਾਂ ਵੀ ਕਰ ਦਿੱਤਾ ਜਾਵੇ, ਪਰ ਕਾਸਟਿਜ਼ਮ ਖਤਮ ਨਹੀਂ ਨਾ ਹੁੰਦਾ। ਮੈਂ ਮੰਨਦਾ ਵੀ ਜਿਹੜੀ ਤੁਸੀਂ ਆਰਥਿਕ ਤੌਰ ਤੇ ਰਿਜ਼ਰਵੇਸ਼ਨ ਦੀ ਗੱਲ ਕਰਦੇ ਹੋ, ਸਾਨੂੰ ਇਸ ਗੱਲ ਤੋਂ ਕੋਈ ਆਪੱਤੀ ਨਹੀਂ। ਬੜੇ ਜਰਨਲ ਭਰਾ ਹੈਗੇ ਸਾਡੇ ਆਪਦੇ ਨੇ ਜਿਹੜੇ ਬਹੁਤ ਮੰਦੜੇ ਹਾਲਾਂ ਦੇ ਵਿੱਚ ਹੈ, ਬੜੇ ਮਿਹਨਤ ਮਜ਼ਦੂਰੀ ਕਰਕੇ ਹੀ ਆਪਦਾ ਟਾਈਮ ਬਸਰ ਕਰਦੇ ਨੇ। ਮੈਨੂੰ ਜਾਂ ਸਾਨੂੰ ਉਹਨਾਂ ਤੋਂ ਕੋਈ ਆਪੱਤੀ ਨਹੀਂ ਹੈ, ਉਹਨਾਂ ਨੂੰ ਵੀ ਮਿਲਣਾ ਚਾਹੀਦਾ। ਮੈਂ ਨਹੀਂ ਕਹਿੰਦਾ, ਆਰਥਿਕ ਤੌਰ ਤੇ ਮਿਲ ਜਾਣਾ ਚਾਹੀਦਾ, ਆਰਥਿਕ ਤੌਰ ਤੇ ਲਾਗੂ ਹੋ ਜਾਣਾ ਚਾਹੀਦਾ ਰਿਜ਼ਰਵੇਸ਼ਨ, ਪਰ ਕਾਸਟਿਜ਼ਮ ਖਤਮ ਹੋਣਾ ਪਹਿਲਾਂ ਜ਼ਰੂਰੀ ਹੈ। ਪਹਿਲਾਂ ਕਾਸਟਿਜ਼ਮ ਖਤਮ ਕਰੋ, ਫਿਰ ਕਰ ਦਿਓ, ਕੋਈ ਦਿੱਕਤ ਨਹੀਂ, ਫਿਰ ਕਰ ਦਿਓ। ਬਿਲਕੁਲ। ਅੱਛਾ, ਇੱਕ ਹੋਰ ਦੱਸੋ। ਇਹ ਵੀ ਮੈਂ ਕਹਤਾ, ਮਾਫੀ ਚਾਹੁੰਦਾ, ਗੱਲ ਰੋਕਦਾ। ਕਿਉਂ ਕਾਸਟਿਜ਼ਮ ਖਤਮ ਕਰ ਦਿਓ? ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਜਗਤ ਗੁਰੂ ਰਵਿਦਾਸ ਮਹਾਰਾਜ ਜੀ, ਹੈ ਨਾ, ਬਾਬਾ ਸਾਹਿਬ ਭੀਮ ਰਾਓ, ਬਾਬਾ ਫਰੀਦ ਜੀ, ਸੰਤ ਕਬੀਰ ਜੀ, ਇਹਨਾਂ ਨੇ ਆਪਦੀ ਬਾਣੀ ਦੇ ਵਿੱਚ ਸਪਸ਼ਟ ਲਿਖਿਆ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਵੋ, ਹੈ ਨਾ। ਉਹਨਾਂ ਨੇ ਤਾਂ ਕਾਸਟਿਜ਼ਮ ਨੂੰ ਵਿੱਚ ਲਿਆ ਹੀ ਨਹੀਂਗਾ। ਕਾਸਟਿਜ਼ਮ ਕਿੱਥੋਂ ਆਈ ਹੈ? ਮਨੋ ਸਮ੍ਰਿਤੀ ਤੋਂ। ਉਹਨਾਂ ਨੇ ਕਾਸਟਿਜ਼ਮ ਭਰਤੀ ਸਾਡੇ ਲੋਕਾਂ ਦੇ ਵਿੱਚ। ਤਾਂ ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਕਾਸਟਿਜ਼ਮ ਪਹਿਲਾਂ ਖਤਮ ਕਰੋ, ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਸਾਡੇ ਲੋਕ ਸਿਆਣੇ ਆ, ਜਰਨਲ ਭਰਾ ਵੀ ਸਾਡੇ ਆਪਦੇ ਨੇ ਸਿਆਣੇ ਆ, ਵਧੀਆ ਵਿਚਰਦੇ ਆ। ਅਸੀਂ ਇਹ ਭੇਦਭਾਵ ਨਹੀਂ ਕਰਦੇ, ਬਹੁਤ ਘੱਟ ਹੈ ਨਾ। ਰੇਅਰ ਆ ਕਿਸੇ ਕੀ ਕਹਿਣਾ, ਕਿਸੇ ਮਾੜੇ ਦਿਮਾਗ ਵਾਲੇ ਬੰਦੇ ਦੇ ਕੋਈ ਥੋੜਾ ਬਹੁਤ ਕਿਸੇ ਖਾਨੇ ਦੇ ਵਿੱਚ ਖੂੰਜੇ 'ਚ ਪਈ ਹੋਵੇ, ਬਹੁਤ ਰੇਅਰ ਹੈ। ਪਰ ਬਾਹਰਲੇ ਰਾਜਾਂ 'ਚ ਜਾਓ ਯਾਰ, ਹੈ ਤਾਂ ਸਾਡੇ ਹੀ ਨਾ ਉਹ SC ਭਰਾ। ਤੁਸੀਂ UP ਜਾ ਕੇ ਦੇਖੋ, ਜੁੱਤੀ ਪਾ ਕੇ ਦਿਖਾਓ ਨਾ, ਘੋੜੀ ਚੜ੍ਹ ਕੇ ਵਿਖਾਓ। ਹੈ ਇਹ ਕਰਨਾਟਕ ਦੇ ਵਿੱਚ ਇੱਕ ਡੈੱਡ ਬੋਡੀ ਨੂੰ ਜਾਣ ਨਹੀਂ ਦਿੱਤਾ ਗਿਆ, ਪੁਲ ਉੱਤੋਂ ਦੀ ਨਹੀਂ ਟੱਪਣ ਦਿੱਤਾ ਗਿਆ ਜਰਨਲ ਭਰਾਵਾਂ ਵੱਲੋਂ, ਕਿਉਂਕਿ ਪੁਲ ਸਾਡਾ ਕਹਿੰਦੇ ਉਹ ਤਸਵੀਰਾਂ ਵੀ ਆਈਆਂ ਸੀ ਪੁਲ ਤੋਂ ਥੱਲੇ ਦੀ ਲਮਕਾ ਕੇ ਉਹ ਬੋਡੀ ਨੂੰ ਪਤਾ ਨਹੀਂ ਕਿੰਨਾ ਵਾਇਆ ਟਪਾ ਕੇ ਫਿਰ ਜਾ ਕੇ ਉਹਨੂੰ ਉਹਦਾ ਜਿਹੜੀ ਅੰਤਮ ਰਸਮ ਕੀਤੀ ਗਈ ਹੈ। ਤਾਂ ਕਾਸਟਿਜ਼ਮ ਹਜੇ ਵੀ ਬਹੁਤ ਵੱਡੇ ਰੂਪ ਦੇ ਵਿੱਚ ਆਲ ਇੰਡੀਆ ਦੇ ਵਿੱਚ ਹੈਗੀ ਹੈ। ਪੰਜਾਬ 'ਚ ਭਾਵੇਂ ਘੱਟ ਆ ਪਰ ਹੈਗੀ, ਪਰ ਇਹ ਖਤਮ ਕਰ ਦਿਓ, ਫਿਰ ਰਿਜ਼ਰਵੇਸ਼ਨ ਬਾਰੇ ਗੱਲ ਕਰੋ। ਅਤੇ ਜਿਹੜੀ ਆਰਥਿਕਤਾ ਵਾਲੀ ਉਹ ਤਾਂ ਹੀ ਹੋਊਗੀ ਜੇ ਪਹਿਲਾਂ ਰਿਜ਼ਰਵੇਸ਼ਨ ਜਿਹੜੀ ਆਪਣਾ ਕਾਸਟਿਜ਼ਮ ਖਤਮ ਹੋਊਗਾ। ਅੱਛਾ, ਤੁਸੀਂ MC ਰਹੇ ਹੋ, ਬਾਕੀ ਵੀ ਤੁਹਾਡੇ ਕੋਈ ਦੋਸਤ ਮਿੱਤਰ ਕੋਈ
ਚੰਗੇ ਅਹੁਦਿਆਂ ਤੇ ਵੀ ਜੀ ਹੋਣਗੇ। ਜੀ ਜੀ ਤੁਹਾਨੂੰ ਮਤਲਬ ਜੇ ਜਿਹੜੇ ਤੁਹਾਡੇ ਨਾਲ ਦੇ ਸਾਥੀ ਹੋਣਗੇ ਜਾਂ ਸਮਾਜ ਦੇ ਵਿੱਚ ਵੀ ਅਸੀਂ ਕਹਿ ਲਈਏ, ਜੀ ਇਹ ਕਿਤੇ ਨਾ ਕਿਤੇ ਇਹ ਅਹਿਸਾਸ ਕਰਵਾਇਆ ਵੀ ਜਾਂਦਾ, ਜਿਵੇਂ ਪਿੱਠ ਪਿੱਛੇ ਵੀ ਕਹਿ ਜਾਂਦਾ ਯਾਰ, ਮਤਲਬ ਮੈਂ ਹੁਣ ਸ਼ਬਦ ਨਹੀਂ ਵਰਤ ਸਕਦਾ, ਇਹ ਅਜਿਹਾ ਕੁਝ ਕਹਿ ਕੇ ਵੀ ਅਹਿਸਾਸ ਕਰਵਾਇਆ ਜਾਂਦਾ ਸਿਸਟਮ ਦੇ ਵਿੱਚ। ਦੇਖੋ ਜਿਹੜੇ ਸਿਆਣੇ ਲੋਕ ਹੈ, ਹਾਂ। ਜਿਹੜੇ ਸਮਝਦਾਰ ਹੈ, ਜਿਹੜੇ ਬੁੱਧੀਮਾਨ ਹੈ, ਜਿਨ੍ਹਾਂ ਨੇ ਗੁਰੂਆਂ ਪੀਰਾਂ ਦੀ ਬਾਣੀ ਨੂੰ ਸਮਝਿਆ ਹੋਇਆ, ਪੜ੍ਹਿਆ ਹੋਇਆ, ਉਹ ਇਹ ਚੀਜ਼ ਤੋਂ ਪਰੇ ਹੈ। ਪਰ ਪੰਜੇ ਉਂਗਲਾਂ ਇੱਕੋ ਹੀ ਹੈ ਨਹੀਂ ਨਾ। ਬਥੇਰੇ ਦਫ਼ਤਰਾਂ ਦੇ ਵਿੱਚ ਸਾਡੇ ਲੋਕਾਂ ਨਾਲ ਮਿਸਬਿਹੇਵ ਕੀਤਾ ਜਾਂਦਾ, ਭਾਵੇਂ ਉਹਦੇ ਵੱਡੀ ਕੁਰਸੀ ਤੇ ਵੀ, ਚਲੋ ਰੇਅਰ ਹੀ ਹੈ, ਸਾਡੇ ਬੜੇ ਮਾਈਨਰ ਪਰਸੈਂਟੇਜ ਹੈ ਵੀ ਜਿਹੜੇ ਸਾਡੇ ਕੋਈ ਵੱਡੀਆਂ ਕੁਰਸੀਆਂ ਤੇ ਹੈਗੇ ਨੇ ਭਾਈਚਾਰੇ ਦੇ, ਤਾਂ ਉਹਨਾਂ ਨਾਲ ਉੱਥੇ ਵੀ ਉਵੇਂ ਮਤਲਬ ਸਲੂਕ ਕੀਤਾ ਜਾਂਦਾ, ਸਾਹਮਣੇ ਨਹੀਂ ਤਾਂ ਪਿੱਠ ਪਿੱਛੇ ਕਹਿ ਦਿੱਤਾ ਜਾਂਦਾ। ਤਾਂ ਇਹ ਚੀਜ਼ ਹੈਗੀ ਹੈ, ਬਿਲਕੁਲ ਹੈਗੀ ਹੈ, ਇਹ ਪਾਈ ਜਾਂਦੀ ਹੈ। ਇਹੀ ਇਸੇ ਕਰਕੇ ਤਾਂ ਕਾਸਟਿਜ਼ਮ ਤੋਂ ਪ੍ਰੋਬਲਮ ਹੈ ਵੀ ਕਾਸਟਿਜ਼ਮ ਖਤਮ ਹੋ ਜੇ, ਅਸੀਂ ਰਿਜ਼ਰਵੇਸ਼ਨ ਛੱਡ ਦਿਆਂਗੇ। ਜੀ ਅੱਛਾ, ਇੱਕ ਹੋਰ ਹੈ, ਕਹਿੰਦੇ ਵੀ ਸਾਰਾ ਕੋਟਾ ਨੌਕਰੀਆਂ ਖਾ ਗਿਆ ਸਰਕਾਰੀ। ਇਹ ਵੀ ਬੜਾ ਚੱਲਦਾ ਵੀ ਸਰਕਾਰੀ ਨੌਕਰੀਆਂ ਤਾਂ ਇਹਨਾਂ ਕੋਲੇ ਰਹਿ ਗਈਆਂ, ਆਪਣੇ ਕੋਲ ਤੱਕ ਨੌਕਰੀਆਂ ਕਿੱਥੋਂ ਆਉਣੀਆਂ ਆਈਆਂ। ਮਤਲਬ ਕੁਛ ਇਹ ਧਾਰਨਾ ਚੱਲਦੀ ਹੈ ਫੇਸਬੁੱਕ ਤੇ ਵੀ, ਦੇਖੋ ਜੀ ਕੋਟੇ ਵਾਲਿਆਂ ਨੇ ਸਾਰੇ ਨਜ਼ਾਰੇ ਲੈ ਗਏ, ਸਾਡੇ ਕੋਲੇ ਤਾਂ ਕੱਖ ਵੀ ਨਹੀਂ। ਕਿਵੇਂ ਕੋਟੇ ਵਾਲੇ, ਤੁਸੀਂ ਕਹਿੰਦੇ 500 ਘਰ ਆ, ਕਿੰਨੇ ਘਰ ਆ ਜਿਹੜੇ ਸਰਕਾਰੀ ਨੌਕਰੀਆਂ ਤੇ ਵਧੀਆ ਦੇ ਉੱਤੇ ਮੌਜੂਦ ਆ? ਬਹੁਤ ਸੋਹਣਾ ਸਵਾਲ ਹੈ। ਮੈਂ ਕਹਿਣਾ ਜੀ ਤੁਸੀਂ ਸਰਵੇ ਕਰ ਲਓ, ਸਾਡੇ ਵਾਲਮੀਕ ਭਰਾ ਹੈਗੇ ਨੇ ਜਿਹੜੇ ਕੋਈ ਮੇਰੇ ਖਿਆਲ ਦੇ ਵਿੱਚ ਇਸ ਮਹੱਲੇ ਦੇ ਵਿੱਚ 10 ਤੋਂ 15 ਜਿਹੜੇ ਸਫਾਈ ਸੇਵਕ ਆ, 4 ਕਲਾਸ ਮੁਲਾਜ਼ਮ ਆ ਪੱਕੇ। ਠੀਕ ਹੈ। 5 ਭਰਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈ। ਠੀਕ ਹੈ। ਮੇਰੇ ਖਿਆਲ ਦੇ ਵਿੱਚ 10 ਤੋਂ ਜ਼ਿਆਦਾ ਰੇਲਵੇ 'ਚ ਹੋਣਗੇ। ਠੀਕ ਹੈ। 10 ਤੋਂ ਜ਼ਿਆਦਾ ਨਹੀਂ ਹੋਣੇ, 10 ਕੁ ਮਸਾਂ ਹੋਣਗੇ। ਤਾਂ ਇਹ ਹੋ ਗਏ 10 ਤੇ 10 20 ਤੇ 5 25। ਤੁਸੀਂ ਕੋਈ ਹੋਰ ਵੀ ਮਾੜਾ ਮੋਟਾ ਛੋਟੇ ਮੋਟੇ ਰਲਾ ਕੇ 30 ਤੋਂ 35 ਮੁਲਾਜ਼ਮ ਹੈ ਜੀ ਸਾਡੇ 500 ਘਰਾਂ ਦੇ ਵਿੱਚ। 500 ਘਰਾਂ ਦੀ ਪਾਪੂਲੇਸ਼ਨ ਦੇਖ ਲਓ। ਠੀਕ ਹੈ। ਤਾਂ ਕਿੱਥੇ ਕੋਟਾ ਅਸੀਂ ਮਤਲਬ ਕਿੱਥੇ ਅਸੀਂ ਹੱਕਾਂ ਤੇ ਡਾਕਾ ਮਾਰ ਰਹੇ ਹਾਂ? ਇਹ ਸਿਰਫ ਉਹੀ ਫੇਰ ਆ ਗਈ ਮਾਸਟਰਮਾਈਂਡ, ਉਹ ਆਪਦੀ ਉਹਨਾਂ ਦੀ ਆਈਡੀਓਲੋਜੀ ਹੈ, ਉਹ ਨਿਰੰਤਰ ਵਰਕ ਕਰ ਰਿਹਾ ਡੇ ਬਾਈ ਡੇ। ਉਹ ਚੀਜ਼ ਭਰ ਰਹੇ ਆ, ਜਰਨਲ ਭਰਾਵਾਂ ਦੇ ਦਿਮਾਗਾਂ 'ਚ ਭਰ ਰਹੇ ਆ ਕਿ ਤੁਹਾਡੇ ਕੋਟੇ ਤੇ SC BC OBC ਨੇ ਡਾਕਾ ਮਾਰ ਲਿਆ, ਇਹਨਾਂ ਨੇ ਤੁਹਾਡੇ ਤੋਂ ਸਾਰਾ ਕੁਝ ਹਥਿਆ ਲਿਆ। ਐਦਾਂ ਦੀ ਹਕੀਕਤ ਹੀ ਨਹੀਂ ਹੈ, ਬਿਲਕੁਲ ਗਲਤ ਹੈ। ਗਰਾਊਂਡ ਰਿਪੋਰਟ ਤੇ, ਗਰਾਊਂਡ ਤੇ ਜਾ ਕੇ ਦੇਖੋ, ਆ ਕੇ ਦੇਖੋ, RTI ਪਾ ਲਓ ਯਾਰ। ਕਿੰਨੇ ਵੱਡੇ ਪਦ ਸਾਡੇ SC BC ਭਰਾਵਾਂ ਕੋਲੇ ਕਿੰਨੀਆਂ ਜੌਬਾਂ ਨੇ? ਤੁਸੀਂ RTI ਪਾ ਲਓ, ਅਧਿਕਾਰ ਹੈ ਸਾਡੇ ਕੋਲੇ, ਤੁਹਾਨੂੰ ਪਰਸੈਂਟੇਜ ਨਿਕਲੇਊ, 0.5% ਮਸਾਂ ਹੈ। ਸਾਰੇ ਵੱਡੇ ਪਦਾਂ ਤੇ ਸਾਰੇ ਇਹ ਬਾਕੀ ਪਰਸੈਂਟੇਜ ਇਹਨਾਂ ਕੋਲੇ ਹੈ, ਸਾਡੇ ਕੋਲੇ ਤਾਂ ਮਸਾਂ ਅੱਧਾ ਕਿ 1% ਹੈ। ਤਾਂ ਇਹ ਬਿਲਕੁਲ ਗਲਤ ਹੈ, ਨਿਰਾਧਾਰ ਗੱਲ ਹੈ, ਐਦਾਂ ਦੀ ਕੋਈ ਗੱਲ ਨਹੀਂ, ਬਿਲਕੁਲ ਝੂਠ ਹੈ ਇਹ, ਬਿਲਕੁਲ ਝੂਠ ਬਣਾਇਆ ਜੀ। ਇੱਕ ਆਪਾਂ ਇਹਦੇ ਤੇ ਵੀ ਲਵਾਂਗੇ ਵੀ ਕਿੰਨੇ ਕੁ ਅਜਿਹੇ ਘਰ, ਜੇ ਆਪਾਂ 500 ਘਰ ਆਪਾਂ ਇੱਕ ਤੁਹਾਡੇ ਮਹੱਲੇ ਤੇ ਹੀ ਲੈਂਦੇ ਹਾਂ ਅੰਦਾਜ਼ਾ ਵੀ 500 ਘਰਾਂ ਦੇ ਵਿੱਚ ਕਿੰਨੇ ਕੁ ਅਜਿਹੇ ਘਰ ਆ ਜਿਨ੍ਹਾਂ ਕੋਲੇ ਮਤਲਬ ਪੂਰਾ ਪੱਕਾ ਘਰ ਹੈਗਾ? ਦੇਖੋ ਪੱਕੇ ਘਰ ਵਾਲੀ ਗੱਲ ਇਹ ਹੈ ਜੀ ਵੀ ਆਹ ਘਰ ਤੁਸੀਂ ਹੁਣ ਇਸ ਘਰੇ ਖੜੇ ਹੋ, ਇਹਨੂੰ ਹੁਣ ਅਸੀਂ ਜੇ ਪੱਕੀਆਂ ਇੱਟਾਂ ਕਰਕੇ ਪੱਕਾ ਨਹੀਂ, ਇੱਟਾਂ ਨਾਲ ਨਹੀਂ ਤਾਂ ਫਿਰ ਤੁਸੀਂ ਆਪ ਸਰਵੇ ਕਰ ਸਕਦੇ ਹੋ। ਸਾਡੇ ਵਾਰਡ ਦੇ ਵਿੱਚ ਬਹੁਤ ਘੱਟ ਨੇ ਜਿਨ੍ਹਾਂ ਦੇ ਕੋਈ ਚੰਗੇ ਢੰਗ ਨਾਲ ਮਕਾਨ ਬਣੇ ਹੋਏ ਨੇ, ਚੰਗਾ ਜਿਹੜਾ ਕੋਈ RCC ਲੈਂਟਰ ਪਾਇਆ ਹੋਇਆ, ਚੰਗੀ ਉਹਨਾਂ ਨੇ ਕੋਈ ਪਲਸਤਰ ਵਗੈਰਾ ਕਰੇ ਹੋਏ ਆ, ਬਹੁਤ ਰੇਅਰ ਨੇ। ਉੱਦਾਂ ਦੇ ਜੀਵਨ ਪੱਧਰਾ ਤੁਸੀਂ ਇਸ ਘਰੇ ਦੇਖ ਲਓ, ਹੋਰ ਮੇਰੀ ਗਲੀ ਮਹੱਲੇ ਦੇ ਵਿੱਚ ਤੁਸੀਂ ਸਰਵੇ ਕਰ ਸਕਦੇ ਹੋ। ਬਹੁਤ ਰੇਅਰ ਘਰ ਹੈ ਜਿਹੜੇ ਪੱਕੇ ਘਰ ਦੇ ਵਿੱਚ ਬੈਠੇ ਨੇ, ਉਹ ਵੀ ਕੋਈ ਜਿਨ੍ਹਾਂ ਦੇ ਕੋਈ, ਮੈਂ ਤੁਹਾਨੂੰ ਪਹਿਲਾਂ ਦੱਸਿਆ 25-30 ਜਿਵੇਂ ਜੌਬ ਵਾਲੇ ਹੈਗੇ ਆ, ਕੋਈ ਉਹਨਾਂ ਦੇ ਫਾਦਰ ਕੋਈ ਰਿਟਾਇਰ ਹੋਏ ਨੇ, ਕਿ ਕੁਛ ਰਿਟਾਇਰਡ ਪਰਸਨ ਨੇ, ਉਹਨਾਂ ਘਰਾਂ ਦੇ ਆ। ਬਾਕੀ ਤਾਂ ਮਿਹਨਤ, ਮੇਰੇ ਮਹੱਲੇ ਤਾਂ ਝੁੱਗੀਆਂ ਚੌਫੜੀਆਂ ਵਾਲੇ ਵੀ ਬੈਠੇ ਆ, ਝੁੱਗੀਆਂ ਚੌਂਪੜੀਆਂ ਵਾਲੇ ਭਰਾ ਵੀ ਬੈਠੇ ਆ ਜਿਹੜੇ ਝੁੱਗੀਆਂ ਦੇ ਵਿੱਚ ਜੀਵਨ ਬਸਰ ਕਰ ਰਹੇ ਆ। ਅੱਛਾ, ਤੁਸੀਂ ਪਹਿਲਾਂ ਵੀ ਕਿਹਾ ਵੀ 400 ਯੂਨਿਟ ਜਿਹੜੀ ਆ ਮਸਾਂ ਹੀ ਮਤਲਬ ਹੁੰਦੀ ਆ, ਮਤਲਬ ਇਹ ਵੀ ਨਹੀਂ ਬਲਦੀ। ਤੇ 600 ਯੂਨਿਟ ਮਿਲ ਗਈ ਸਾਨੂੰ ਤਾਂ ਕੋਈ ਚੱਕਰ ਨਹੀਂ, ਚਾਹੇ 400 ਸੀ ਚਾਹੇ 600 ਸੀ, ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਫਿਰ ਇੱਕ ਪਾਸੇ ਪਹਿਲਾਂ ਜਿਹੜਾ ਕੋਟਾ ਵੀ ਨਹੀਂ ਸੀਗਾ, ਪਹਿਲਾਂ ਮਤਲਬ ਕੋਟਾ ਨੇ ਸੌਰੀ ਕਹਿ ਲਈ ਇਹ ਵੀ, ਪਹਿਲਾਂ ਤਾਂ ਜਰਨਲ ਨੂੰ ਕੋਈ ਯੂਨਿਟ ਹੀ ਨਹੀਂ ਮਾਫ ਸੀ, ਨਵੀਂ ਸਰਕਾਰ ਨੇ 600 ਕਰਤੀ ਵੀ ਚਲੋ 600। ਇਹ 600 ਦਾ ਮਕਸਦ ਫਿਰ ਉੱਥੇ ਹੀ ਗੱਲ ਫੇਰ ਆ ਜਾਂਦੀ ਹੈ ਵੀ ਇਸੇ ਕਰਕੇ ਵੀ ਅਸੀਂ ਚੱਲੂਗਾ, ਯੂਨਿਟਾਂ ਵੱਧ ਮੱਚਣਗੀਆਂ ਤੇ ਵੀ ਸਾਡਾ ਫਿਰ ਸਾਨੂੰ ਤਾਂ ਬਿੱਲ ਆਊਗਾ ਤੇ ਉਹਨਾਂ ਨੂੰ ਬਿੱਲ ਨਹੀਂ ਆਉਣਾ, ਇਸੇ ਕਰਕੇ ਹੈ। ਬਿਲਕੁਲ, ਹੋਰ ਤਾਂ ਕੋਈ ਪ੍ਰੋਬਲਮ ਨਹੀਂ। 600 ਯੂਨਿਟ ਬਹੁਤ ਹੁੰਦੀ ਹੈ ਬਾਈ ਜੀ। 600 ਯੂਨਿਟ ਬਿਜਲੀ ਦੀ ਇੱਕ ਘਰ ਦੇ ਵਿੱਚ, ਆਮ ਪਰਿਵਾਰ ਦੇ ਵਿੱਚ 600 ਯੂਨਿਟ ਨਹੀਂ ਮੱਚਦੀ। ਤੁਸੀਂ ਦੇਖੋ, ਡਿਟੇਲ ਕਢਾ ਲਓ, 600 ਯੂਨਿਟ ਬਹੁਤ ਹੁੰਦੀ ਹੈ, ਨਹੀਂ ਮੱਚਦੀ। ਇਹ ਤਾਂ ਉਹਨਾਂ ਨੂੰ ਹੀ ਪ੍ਰੋਬਲਮ ਹੈ, ਏਸੀ ਵਾਲਿਆਂ ਨੂੰ। ਏਸੀ ਚੱਲਣਗੇ, 600 ਮੱਚੂਗੀ, ਭਰਨੀ ਪਊਗੀ, ਬਿੱਲ ਭਰਨਾ ਪਊਗਾ, ਆਹੀ ਪ੍ਰੋਬਲਮ ਹੈ, ਹੋਰ ਕੋਈ ਪ੍ਰੋਬਲਮ ਨਹੀਂ। ਉਹ ਹੁਣ ਇਹ ਵੀ ਕਹਿ ਸਕਦੇ ਆ ਵੀ ਭਾਈ ਤੁਸੀਂ ਏਸੀ ਲਵਾ ਲਓਗੇ ਹੁਣ ਵੀ ਤੁਹਾਨੂੰ ਜਮਾ ਹੀ ਮਾਫ ਹੋਊਗੀ।
ਏਸੀ ਕਿੱਥੋਂ ਲਵਾ ਲੈਣਗੇ? ਸਾਡੇ ਜੁੱਤੀਆਂ ਬਣਾਉਣ ਵਾਲੇ ਭਰਾ ਜਿਨ੍ਹਾਂ ਦੇ ਹੱਥ ਛੱਲੀ ਹੋਏ ਪਏ ਆ, ਵੱਜ ਕੇ ਆ ਰਹਾਂ ਜੁੱਤੀਆਂ ਬਣਾ ਕੇ ਜੀਵਨ ਬਸਰ ਕਰਦੇ ਆ। ਕੋਈ ਰਿਕਸ਼ਾ ਚਲਾ ਕੇ ਜੀਵਨ ਬਸਰ ਕਰਦਾ, ਕੋਈ ਤੜਕੇ ਤੋਂ ਲੈ ਕੇ ਦਿਹਾੜੀ ਹੱਥ ਨੇ ਆ ਕੇ ਗਰਮੀ ਦੇ ਵਿੱਚ ਇੰਨੀ ਦੇ ਵਿੱਚ ਆ ਕੇ ਮਸਾਂ 300-400 ਰੁਪਇਆ ਕਮਾ ਕੇ ਲਿਆਉਂਦੇ ਆ। ਕਿੰਨੀ ਮਹਿੰਗਾਈ ਹੈ, ਸਿਲੰਡਰ ਗੈਸ ਦਾ ਕਿੰਨੇ ਰੁਪਏ ਰੇਟ ਹੈ, ਪੈਟਰੋਲ ਡੀਜ਼ਲ ਕਿੱਥੇ ਪਹੁੰਚ ਗਿਆ, ਹੋਰ ਹਰੇਕ ਸਬਜ਼ੀਆਂ ਦੇਖ ਲਓ। ਕਿੱਥੋਂ ਅਸੀਂ ਏਸੀ ਲਵਾ ਲਾਂਗੇ? ਸਾਨੂੰ ਤਾਂ ਆਪਦੇ ਘਰ ਦੇ ਜਵਾਕਾਂ ਦੇ ਲੀੜੇ ਲੱਤਿਆਂ ਦੀਆਂ ਤੇ ਉਹ ਜਿਹੜੀਆਂ ਲੋੜਾਂ ਨੇ ਜ਼ਰੂਰੀ ਉਹੀ ਨਹੀਂ ਸਾਥੋਂ ਤਾਂ ਪੂਰੀਆਂ ਆਉਂਦੀਆਂ। ਸਾਡੇ ਕੋਲੇ ਕਿਹੜੀਆਂ ਜ਼ਮੀਨ ਜਾਤਾਂ, ਤਾਂ ਸਾਡੇ ਕਿਹੜੇ ਪੈਟਰੋਲ ਪੰਪ ਕਾਰਖਾਨੇ ਆ ਸਾਡੇ ਕੋਲ? ਹਕੀਕਤ ਹੈ ਇਹ, ਤੁਸੀਂ ਡੋਰ ਟੂ ਡੋਰ ਸਰਵੇ ਕਰ ਲਓ। ਤਾਂ ਇਹ ਸਾਡੇ ਤੋਂ ਅਸੀਂ ਏਸੀ ਤੋਂ ਸਾਡੇ ਏਸੀ ਦੀ ਤਾਂ ਅਸੀਂ ਤਾਂ ਐਂ ਚੰਗੇ ਆ, ਠੀਕ ਆ। ਸਾਡੇ ਤੋਂ ਆਹ ਜਿਹੜੀ 400-600 ਆਈ ਜਾਂਦੀ ਹੈ ਯੂਨਿਟ, ਸਾਡੇ ਲੋਕ ਖੁਸ਼ ਨੇ। ਅੱਛਾ, ਇੱਕ ਮੈਂ ਹੋਰ ਸਵਾਲ ਪੁੱਛੂੰਗਾ ਵੀ 500 ਘਰਾਂ ਦੇ ਵਿੱਚ ਕਿੰਨੇ ਅਜਿਹੇ ਘਰ ਹੈ ਜੀ ਜਿਨ੍ਹਾਂ ਦੇ ਕੋਲ ਮੰਨ ਲਓ ਇੱਕ ਅੰਦਾਜ਼ਨ ਵੀ 10 ਤੋਂ 15 ਲੱਖ ਦੀ ਪ੍ਰਾਪਰਟੀ ਘੱਟੋ ਘੱਟ ਹੋਵੇ? ਸਰਵੇ ਕਰ ਲਓ ਜੀ, ਸਰਵੇ ਕਰ ਲਓ। ਸਾਡੇ ਇੱਧਰ ਤੁਸੀਂ ਜ਼ਮੀਨ ਦਾ ਰੇਟ ਦੇਖ ਲਓ, ਜਿਹਦੇ ਕੋਲੇ ਆਪਦੀ ਹੈਗੀ ਆ, ਮੰਨ ਲਓ ਆ ਜੇ ਕੋਈ 2-4 ਮਰਲੇ ਹੈਗੇ, ਜੇ ਉਸੇ ਨੂੰ ਤੁਸੀਂ 15-20 ਲੱਖ ਦਾ ਬਣਾਉਣਾ ਤਾਂ ਬਣਾ ਲਓ। ਹੋਰ ਕਿਸੇ ਕੋਲੇ ਬੈਂਕ ਬੈਲੈਂਸ, ਮੇਰਾ ਬੈਂਕ ਬੈਲੈਂਸ ਵੇਖ ਲਓ ਤੁਸੀਂ, ਹੋਰ ਭਰਾਵਾਂ ਦਾ ਜਿਹੜੇ ਸਾਡੇ ਲੋਕ ਆ ਉਹਨਾਂ ਦਾ ਦੇਖ ਲਓ। ਜੀਵਨ ਬਸਰ ਤਾਂ ਮਸਾ ਹੁੰਦਾ ਜੀ। ਕਿੱਥੇ ਕਿਹਦੇ ਕੋਲੇ ਪ੍ਰਾਪਰਟੀਆਂ ਇੱਥੇ ਨਹੀਂ ਹੈ, ਬਿਲਕੁਲ ਨਹੀਂ ਹੈ। ਸਰਵੇ ਕਰ ਲਓ। ਕੋਈ ਰੇਅਰ ਪਰਸਨ ਹੋਣਗੇ, ਰੇਅਰ ਵੀ ਉਹ ਵੀ ਜਿਹਦਾ ਮੰਨ ਲਓ ਪਹਿਲਾਂ ਕੋਈ ਸਾਡੇ ਪੂਰਵਜ ਕੋਈ ਜੌਬ ਕਰਦੇ ਸੀ, ਦਾਦਾ ਜੀ ਸੀ, ਗਾਂ ਮੰਨ ਲਓ ਉਹਨਾਂ ਦਾ ਬੇਟਾ ਜੇ ਜੌਬ ਤੇ ਚੜ੍ਹ ਗਿਆ ਤੇ ਗਾਂ ਉਹਨਾਂ ਦਾ ਜੇ ਕੋਈ ਪੋਤਾ ਜਾਂ ਪੋਤੀ ਕੋਈ ਜੌਬ ਤੇ। ਇੱਕ ਹੋਰ ਗੱਲ ਕਰਦੇ ਹਾਂ, ਇੱਕ ਗੱਲ ਆਈ ਜਾਂਦੀ ਹੈ ਕਿ ਜਿਹੜੀ ਉਹ ਤੁਸੀਂ ਕੋਟੇ ਦੀ ਗੱਲ ਕਰੀ ਸੀ, ਵਾਪਸ ਲੈ ਕੇ ਆ ਰਹੇ ਹਾਂ ਗੱਲ, ਕਿ ਇਹਨਾਂ ਦੇ ਸਾਰੀ ਨੌਕਰੀਆਂ ਮੰਨ ਲਓ ਬੇਟਾ, ਦਾਦਾ, ਬੇਟਾ, ਫਿਰ ਪੋਤਾ, ਗਾਂ ਦੀ ਗਾਂ ਜੌਬ ਵਾਲੇ, ਤੇ ਇਹਨਾਂ ਨੂੰ ਰਾਖਵਾਂਕਰਨ ਮਿਲੀ ਜਾਂਦਾ। ਰਾਖਵਾਂਕਰਨ ਕੱਲੀ ਕਾਸਟ ਦੇ ਵਿੱਚ ਮਿਲਦਾ, ਸਹੂਲਤ ਕੋਈ ਨਹੀਂ ਮਿਲਦੀ। ਕਿਉਂਕਿ ਉਹ ਇਨਕਮ ਦੀ ਜਿਹੜੀ ਕੰਡੀਸ਼ਨ ਹੈ ਸਰਕਾਰ ਦੀ, ਉਹਦੇ 'ਚ ਆ ਜਾਂਦੇ ਆ ਬੱਚੇ। ਸਾਡੇ ਬੱਚੇ ਜੇ ਮੰਨ ਲਓ ਫਾਦਰ ਕੋਈ ਜੌਬ ਕਰਦਾ ਨਾ, ਤਾਂ ਬੱਚੇ ਨੂੰ ਵਜ਼ੀਫਾ ਨਹੀਂ ਮਿਲਦਾ, ਕਿਉਂਕਿ ਉਹ ਇਨਕਮ ਉਹਦੀ ਵੱਧ 'ਚ ਆ ਜਾਂਦੀ ਹੈ, ਰੇਸ਼ੋ ਦੇ ਵਿੱਚ ਆ ਜਾਂਦਾ, ਉਹਨੂੰ ਵਜ਼ੀਫਾ ਨਹੀਂ ਮਿਲਦਾ, ਉਹਨੂੰ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਉਹ ਨਹੀਂ ਮਿਲਦੀਆਂ। ਠੀਕ ਹੈ ਨਾ? ਉਹਨੂੰ ਬਿਜਲੀ ਯੂਨਿਟ ਦੀ ਆ ਗਈ, ਲੈ ਲਓ ਹੁਣ 400-600 ਕਹੀ ਜਾਂਦੇ ਹੋ। ਜੇ ਕੋਈ EMPLOYEE ਹੈਗਾ ਨਾ ਸਾਡੇ, ਚਾਹੇ 4 ਕਲਾਸ ਵੀ ਹੈ, ਉਹਨੂੰ 400-600 ਨਹੀਂ ਮਿਲਣੀ, ਉਹਨੂੰ ਬਿੱਲ ਭਰਨਾ ਪੈਣਾ। ਹਕੀਕਤ ਹੈ। ਇਹ ਵੀ ਇੱਕ ਗੱਲ ਗੌਰ ਕਰਨ ਵਾਲੀ ਹੈ। ਤਾਂ ਇਹ ਬੜੇ ਮਾਸਟਰਮਾਈਂਡ ਲੋਕ ਆ ਜਿਹੜੇ ਝੂਠੀਆਂ ਚੀਜ਼ਾਂ ਫੈਲਾ ਰਹੇ ਆ। ਸਾਨੂੰ ਸਤਰਕ ਰਹਿਣਾ ਚਾਹੀਦਾ। ਸਾਨੂੰ SC BC OBC ਜਰਨਲ ਭਰਾਵਾਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ। RSS ਦੀ ਆਈਡੀਓਲੋਜੀ ਚੋਂ ਨਿਕਲ ਕੇ ਗਰਾਊਂਡ ਤੇ ਵਧੀਆ ਢੰਗ ਨਾਲ ਸਾਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ। ਸਾਡੇ SC ਭਰਾਵਾਂ BC ਭਰਾਵਾਂ ਲਈ ਤਾਂ ਮੇਰੀ ਇਹ ਬੇਨਤੀ ਹੈ, ਬੱਚਿਆਂ ਲਈ ਬਾਈ ਪੜ੍ਹੋ, ਜੁੜੋ, ਬਾਬਾ ਸਾਹਿਬ ਦੇ ਸੁਪਨੇ ਤੇ ਅਮਲ ਕਰੋ ਤੇ ਆਪਦੇ ਜਿਹੜੇ ਅਧਿਕਾਰ ਆ ਇਹਨਾਂ ਨੂੰ। ਆਪੱਤੀ ਵੀ ਤਾਂ ਹੀ ਹੋ ਰਹੀ ਹੈ। ਆਪੱਤੀ ਕਿਉਂ ਹੋ ਰਹੀ ਹੈ? ਕਿ ਸਾਡੇ ਲੋਕ ਹੁਣ ਵੱਧ ਰਹੇ ਆ, ਜਾਗਰੂਕ ਹੋ ਰਹੇ ਆ, ਆਪਦੇ ਹੱਕਾਂ ਤੋਂ ਜਾਣੂ ਹੋ ਗਏ ਆ, ਤਾਂ ਹੀ ਉਹ ਜ਼ਿਆਦਾ ਤੇਜ਼ ਰਫ਼ਤਾਰ ਨਾਲ ਫੈਲਾ ਰਹੇ ਆ। ਪਿਓ ਜੱਜ, ਮੁੰਡਾ SDM, ਨੋ ਡਾਕਟਰ, ਫਲਾਨਾ ADC, ਕਿਹੜੀ ਆ ਉਹ ਪ੍ਰਜਾਤੀ ਹੈ ਕਿੱਥੇ? ਤੇ ਜਾਣ ਕੇ ਇਹ ਫੈਲਾ ਰਹੇ ਆ ਵੀ ਜਿਹੜੇ ਜਰਨਲ ਭਰਾ ਨੇ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਚੜ੍ਹ ਜੇ, ਪਿਕਚਰ ਪੱਕੀ ਹੋ ਜੇ ਕਿ SC ਭਰਾ ਹੀ ਸਾਰਾ ਕੁਝ ਡਾਕਾ ਮਾਰੀ ਜਾਂਦੇ, ਹਰੇਕ ਥਾਂ ਤੇ SC ਭਰਾਵਾਂ ਨੂੰ ਦਿੱਤਾ ਜਾ ਰਿਹਾ। ਅੱਛਾ, ਇੱਕ ਮੈਂ ਹੁਣ ਸਵਾਲ ਲਊਂਗਾ, ਆਖਰੀ ਸਵਾਲ ਹੈ ਕਿ ਸੰਵਿਧਾਨ ਤੋਂ ਪਹਿਲਾਂ ਜੇ ਆਪਾਂ ਗੱਲ ਕਰਨੀ ਹੋਵੇ ਜੀ, ਉਦੋਂ ਪਹਿਲਾਂ ਤੁਸੀਂ ਪੜ੍ਹਿਆ ਵੀ ਹੋਊਗਾ ਕਿਤਾਬਾਂ ਦੇ ਵਿੱਚ ਵੀ, ਕੀ ਹਾਲਾਤ ਸੀ SC ਭਾਈਚਾਰੇ ਦੀ? ਦਲਿਤ ਵੀ ਕਹਿ ਦਿੱਤਾ ਜਾਂਦਾ ਹੈਗਾ, ਤੇ ਕੀ ਹਾਲਾਤ ਸੀ? ਕਿਉਂ ਇਹ ਕੋਟਾ ਦੇਣਾ ਪਿਆ? ਕਿਹੜੇ ਹਾਲਾਤ ਵਿੱਚੋਂ ਕੱਢਿਆ ਹੈਗਾ? ਬਹੁਤ ਸੋਹਣਾ ਸਵਾਲ ਹੈ। ਸਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ MA ਕਰ ਜੇ, BA ਕਰ ਜੇ, ਡਬਲ MA ਕਰ ਜੇ, ਆਪਣਾ PhD ਕਰ ਲੇ, ਤਾਂ ਸਾਡਾ ਸਿਰ ਜਿਹੜਾ ਫਖਰ ਨਾਲ ਉੱਚਾ ਹੋ ਜਾਂਦਾ ਵੀ ਸਾਡਾ ਬੇਟਾ PhD ਕਰ ਗਿਆ, ਹੈ ਨਾ, ਡਾਕਟਰੇਟ ਕਰ ਗਿਆ। ਕੀ ਉਹ ਜਿਹੜੇ ਬੱਚੇ ਨੇ PhD ਕੀਤੀ ਹੁੰਦੀ ਹੈ, ਉਹਨੂੰ ਇਹ ਗਿਆਨ ਹੀ ਗ੍ਰਹਿਣ ਹੋਇਆ ਵਾ ਹੁੰਦਾ ਵੀ ਉਹਨੇ ਕਾਸਟਿਜ਼ਮ 'ਚ ਚੱਲਣਾ? ਸਿੱਖਿਆ ਇਹ ਨਹੀਂ ਸਿਖਾਉਂਦੀ, ਸਿੱਖਿਆ ਇਕੁਐਲਿਟੀ ਸਿਖਾਉਂਦੀ ਹੈ, ਹੈ ਨਾ। ਤਾਂ ਉਹ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ, 32 ਡਿਗਰੀਆਂ ਸੀ, ਹੈ ਨਾ। ਇੰਨਾ ਪੜ੍ਹਿਆ ਲਿਖਿਆ ਅੱਜ ਤੱਕ ਇੰਡੀਆ ਦੇ ਵਿੱਚ ਪਰਸਨ ਮੇਰੇ ਖਿਆਲ 'ਚ ਸਿੰਗਲ ਹੀ ਹੈ, ਹੋਰ ਹੈ ਨਹੀਂ। 14 ਅਪ੍ਰੈਲ ਨੂੰ ਪਿਛਲੇ ਦਿਨੀ ਬਾਬਾ ਸਾਹਿਬ ਦਾ ਬਰਥਡੇ ਟੱਪ ਕੇ ਗਿਆ, ਪੂਰੀ ਦੁਨੀਆ ਨੇ ਹਰਸ਼ੋਲਾਸ ਨਾਲ, ਜੋਸ਼ ਖਰੋਸ਼ ਨਾਲ ਮਨਾਇਆ। ਬਾਹਰਲੇ ਮੁਲਕਾਂ USA, ਕੈਲੀਫੋਰਨੀਆ, ਰਸ਼ੀਆ, ਇਹ ਉਹ ਸਾਰਿਆਂ ਨੇ ਮਨਾਇਆ, ਹੈ ਨਾ। ਤਾਂ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਲਿਖਿਆ ਉਹਦੇ 'ਚ ਜਿਹੜੀ ਆ ਰਿਜ਼ਰਵੇਸ਼ਨ ਵਾਲੀ ਗੱਲ, ਜਾਂ ਜਿਹੜਾ ਤੁਸੀਂ ਸਵਾਲ ਕਰਿਆ ਵੀ ਸੰਵਿਧਾਨ ਤੋਂ ਪਹਿਲਾਂ ਵਾਲੀ ਗੱਲ, ਤਾਂ ਬਾਬਾ ਸਾਹਿਬ ਨੇ ਉਹ ਚੀਜ਼ ਦੇਖੀ ਸੀ, ਸਾਡੇ ਲੋਕਾਂ ਦਾ ਮੰਦੜਾ ਹਾਲ ਦੇਖਿਆ ਸੀ। ਸੰਵਿਧਾਨ ਲਾਗੂ ਹੋਣ ਤੋਂ ਜਾਂ ਦੇਸ਼ ਆਜ਼ਾਦ ਹੋਣ ਤੋਂ ਪੂਰੇ 5000 ਸਾਲ ਪਹਿਲਾਂ ਸਾਡੇ ਲੋਕਾਂ ਦੇ ਪਿੰਜਰ ਨਿਕਲੇ ਹੋਏ ਸੀ। ਸਾਡੇ ਲੋਕਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ, ਸਾਡੇ ਲੋਕਾਂ ਨੂੰ 12 ਵਜੇ ਤੋਂ ਪਹਿਲਾਂ ਘਰੋਂ ਨਿਕਲਣ ਦਾ ਅਧਿਕਾਰ ਨਹੀਂ ਸੀ। ਕਿਉਂ? ਕਿਉਂਕਿ ਸੂਰਜ ਜਮਾਂ ਸਿੱਧਾ ਹੁੰਦਾ ਹੈ 12 ਵਜੇ। ਸਾਡੇ ਬੰਦੇ ਦੀ ਪਰਛਾਈ ਸਾਡੇ ਤੇ ਹੀ ਪਵੇ, ਨਾ ਐ ਨੂੰ ਜਾਵੇ ਨਾ ਐ ਨੂੰ ਜਾਵੇ। ਕਿਉਂ? ਵੀ ਜੇ ਕਿਸੇ ਜਿਹੜਾ ਬ੍ਰਾਹਮਣਵਾਦ
ਵੀ ਕਿਸੇ ਉਹਨਾਂ ਦੇ ਉੱਤੇ ਵੱਡੀ ਜਾਤੀ ਵਾਲੇ ਬੰਦੇ ਦੇ ਉੱਤੇ ਸਾਡੀ ਪਰਛਾਈ ਵੀ ਪੈ ਜਾਂਦੀ ਸੀ ਤਾਂ ਐਂ ਸਮਝਿਆ ਜਾਂਦਾ ਵੀ ਉਹ ਪਿੱਟਿਆ ਗਿਆ ਤੇ ਸਾਨੂੰ ਦੰਡਿਤ ਕੀਤਾ ਜਾਂਦਾ ਸੀ ਹਨਾ। ਸਾਡੇ ਗਲਾਂ 'ਚ ਕੁੱਜੇ ਹੁੰਦੇ ਸੀ, ਅਸੀਂ ਖੰਘ ਨਹੀਂ ਸਕਦੇ ਸੀ, ਅਸੀਂ ਸਾਹ ਨਹੀਂ ਲੈ ਸਕਦੇ, ਖੰਘਾਰ ਸਾਡੇ ਬਜ਼ੁਰਗ ਇੱਥੇ ਹੀ ਇਕੱਠਾ ਕਰਦੇ ਸਾਰੇ ਦਿਨ ਦਾ, ਪਿੱਠ ਪਿੱਛੇ ਮੋਢੇ ਬੰਨੇ ਹੁੰਦੇ ਸੀ ਵੀ ਸਾਡੀ ਪੈੜ ਮਿਟਦੀ ਜਾਵੇ। ਇਹ ਸੀ ਵੀ ਸਾਡੇ ਲੋਕਾਂ ਦੀ ਕਿਸੇ ਗਰੀਬ ਬੰਦੇ ਐਸੀ ਭਰਾ ਦੀ ਪੈੜ ਦੇ ਉੱਤੇ ਜਰਨਲ ਵਰਗ ਜਾਂ ਮੰਨ ਲਓ ਬ੍ਰਾਹਮਣਵਾਦ, ਇਹ ਬ੍ਰਾਹਮਣ ਜਰਨਲ ਇੱਥੇ ਵਰਡ ਨਹੀਂ ਵਰਤਦਾ ਮੈਂ ਕਿਉਂਕਿ ਸਾਰੀ ਬ੍ਰਾਹਮਣਵਾਦ ਦੀ ਖੇਡ ਸੀ, ਤਾਂ ਮਨੂ ਸਮ੍ਰਿਤੀ ਵੀ ਸਾਡੇ ਬੰਦੇ ਦੀ ਪੈੜ ਦੇ ਉੱਤੇ ਜੇ ਉਹਨਾਂ ਦੀ ਪੈੜ ਰੱਖੀ ਜਾਂਦੀ ਸੀ ਤਾਂ ਸਾਨੂੰ ਦੰਡਿਤ ਕੀਤਾ ਜਾਂਦਾ ਸੀ ਤੇ ਆਪਣੇ ਆਪ ਨੂੰ ਕਹਿੰਦੇ ਸਾਨੂੰ ਪਿੱਟੇ ਗਏ ਸੀ ਹਨਾ। ਤਾਂ ਉਹ ਆਪਣੇ ਆਪ ਪਵਿੱਤਰ ਹੁੰਦੇ ਸੀ। ਇੱਕ ਨਦੀ ਨਾਲੇ 'ਚੋਂ ਕੁੱਤਾ ਪਾਣੀ ਪੀ ਸਕਦਾ ਸੀ, ਕੋਈ ਜਾਨਵਰ ਪਾਣੀ ਪੀ ਸਕਦਾ ਸੀ, ਸਾਡਾ ਬੰਦਾ ਪਾਣੀ ਨਹੀਂ ਪੀ ਸਕਦਾ ਸੀ। ਇੱਦਾਂ ਦੀ ਦਰਦਰਤਾ ਸੀ, ਪੜ੍ਹ ਨਹੀਂ ਸਕਦੇ ਸੀ, ਸਾਡੀਆਂ ਮਾਵਾਂ ਭੈਣਾਂ ਔਰਤਾਂ ਨਾਲ ਕਿੰਨਾ ਬਦਸਲੂਕੀ ਕੀਤੀ ਜਾਂਦੀ ਸੀ ਹਨਾ। ਬ੍ਰਾਹਮਣਵਾਦ ਦੀ ਖੇਡ ਸੀਗੀ। ਮਤਲਬ ਮੈਂ ਇੱਥੇ ਨਹੀਂ ਬੋਲ ਸਕਦਾ ਵੀ ਇਦਾਂ ਦੇ ਹਾਲਾਤ ਸੀ ਕਿ ਇੱਕ ਦੂਲਾ ਜਿਹੜਾ ਹੈਗਾ ਸਾਡਾ ਭਰਾ ਵਿਆਹ ਕੇ ਆਪਦੀ ਪਤਨੀ ਨੂੰ ਘਰੇ ਨਹੀਂ ਸੀ ਲਿਆ ਸਕਦਾ ਠੀਕ ਹੈ ਨਾ। ਤੇ ਤਨ ਢੱਕਣ ਦਾ ਜਿਹੜਾ ਸਾਡੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਤਨ ਨਹੀਂ ਢੱਕਣ ਦਾ ਮਤਲਬ ਉਹਨਾਂ ਦੀਆਂ ਛਾਤੀਆਂ ਨੰਗੀਆਂ ਹੁੰਦੀਆਂ ਸੀ। ਮੈਂ ਮਾਫੀ ਚਾਹਣਾ ਪਰ ਇਹ ਹਕੀਕਤ ਹੈ, ਦੁੱਖ ਹੈ ਵੀ ਉਹਨਾਂ ਦੀਆਂ ਛਾਤੀਆਂ ਢੱਕਣ ਦਾ ਅਧਿਕਾਰ ਨਹੀਂ ਸੀ ਉਹਨਾਂ ਨੂੰ ਹਨਾ। ਕਿੰਨੇ ਬੁਰੇ ਹਾਲਾਤ ਸੀ। ਇਹ ਕਹਿੰਦੇ ਆ ਯਾਰ ਤੁਸੀਂ ਰਿਜ਼ਰਵੇਸ਼ਨ ਕਿਉਂ ਲੈ ਰਹੇ ਹੋ। ਬਾਬਾ ਸਾਹਿਬ ਕਿਉਂ ਉਹਨੇ ਇੱਕ ਵਾਸਤੇ ਇੱਕ ਕੈਟਾਗਰੀ ਵਾਸਤੇ ਕੰਮ ਨਹੀਂ ਕੀਤਾ, ਉਹਨੇ ਇਕੁਐਲਿਟੀ ਕੀਤੀ ਹੈ, ਸਭ ਨੂੰ ਸੰਵਿਧਾਨ ਦਵਾਏ, ਸਭ ਨੂੰ ਹੱਕ ਦਵਾਇਆ, ਬਰਾਬਰਤਾ ਦਿੱਤੀ ਆ। ਉਹਨੇ ਕਿਸੇ ਇੱਕ ਵਰਗ ਵਾਸਤੇ ਕੰਮ ਨਹੀਂ ਕੀਤਾ। ਸਾਨੂੰ ਜੇ ਉਹਨੇ ਕੁਝ ਐਕਸਟਰਾ ਦਿੱਤਾ ਤਾਂ ਉਹਦੇ ਪਿੱਛੇ ਸਾਡਾ 5000 ਸਾਲ ਦਾ ਪਿਛੋਕੜ ਖੜਾ, ਇਤਿਹਾਸ ਖੜਾ। ਪੜ੍ਹੋ, ਦੇਖੋ ਕਿੰਨੀ ਦਰਦਰਤਾ ਸੀ ਸਾਡੇ ਨਾਲ, ਕਿੰਨਾ ਨਰਕ ਭਰੀ ਜ਼ਿੰਦਗੀ ਜੀਂਦੇ ਸੀ। ਤਾਂ ਸਾਡਾ ਜੀਵਨ ਪੱਧਰ ਉੱਚਾ ਕਰਨ ਲਈ, ਬਰਾਬਰ ਕਰਨ ਲਈ ਦੂਜਿਆਂ ਦੇ, ਤਾਂ ਸਾਨੂੰ ਜਿਹੜੇ ਇਹ ਅਧਿਕਾਰ ਦਿੱਤੇ ਗਏ ਨੇ। ਹਕੀਕਤ ਹੈ ਮਤਲਬ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਵਾਪਸ ਆਏ ਆ। ਉਹ ਕੁਝ ਵਾਪਸ ਆਏ ਆ ਜੀ, ਹਜੇ ਵੀ ਪਿੱਛੇ ਆ, ਹਜੇ ਵੀ ਬਹੁਤ ਪਿੱਛੇ ਆ, ਬਿਲਕੁਲ ਪਿੱਛੇ ਆ। ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਰੇਸ਼ੋ ਕਢਾ ਲਓ ਤੁਸੀਂ ਆਰਟੀਆਈ ਪਾ ਕੇ, ਕਿੰਨੇ ਵੱਡੇ ਪਦਾਂ ਤੇ ਸਾਡੇ ਲੋਕ ਹੈ, 1% ਵੀ ਨਹੀਂ ਹੈਗੇ ਹਨਾ। ਤਾਂ ਅਸੀਂ ਤਾਂ 3 ਕਲਾਸ 4 ਕਲਾਸ ਜੌਬ ਕਰਦੇ, ਸਾਡੇ ਭਰਾ ਕੋਈ ਸਫਾਈ ਸੇਵਕ ਆ, ਕੋਈ ਗਟਰ 'ਚ ਵੜਦਾ, ਕੋਈ ਕੁਛ ਕਰਦਾ, ਤਾਂ ਇਦਾਂ ਦੀਆਂ ਜੌਬ ਕਰ ਰਹੇ ਆ, ਜੀਵਨ ਬਸਰ ਕਰ ਰਹੇ ਆ। ਪਰ ਸਾਨੂੰ ਫਿਰ ਵੀ ਕੋਈ ਆਪੱਤੀ ਨਹੀਂ, ਠੀਕ ਹੈ। ਪਰ ਅਸੀਂ ਐਂ ਕਹਿੰਦੇ ਆ ਵੀ ਯਾਰ ਸਾਡੇ ਆਰਕਸ਼ਣ ਤੇ ਸਵਾਲ ਨਾ ਉਠਾਇਆ ਕਰੋ, ਸਾਡੇ ਰਿਜ਼ਰਵੇਸ਼ਨ ਤੇ ਉਹਨੂੰ ਕੇਂਦਰ ਬਿੰਦੂ ਨਾ ਬਣਾਇਆ ਕਰੋ। ਜੋ ਹਕੀਕਤ ਹੈ ਉਸ ਗੱਲ ਨੂੰ ਸਮਝਿਆ ਕਰੋ। ਹਾਂਜੀ, ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਜਿਵੇਂ ਹੁਣ ਝੋਨੇ ਲੱਗਣੇ ਆ, ਕਣਕ ਦਾ ਸੀਜ਼ਨ ਖਤਮ ਹੋ ਗਿਆ, ਅੱਗੇ ਜਾ ਕੇ ਝੋਨੇ ਲੱਗਣੇ ਆ। ਤਾਂ ਝੋਨੇ ਲੱਗਣ ਵੇਲੇ ਜਿਹੜਾ ਹੈ ਸਾਡੇ ਜ਼ਿਮੀਂਦਾਰ ਭਰਾ ਸਾਡੇ ਆਪਦੇ ਨੇ, ਸਤਿਕਾਰਯੋਗ ਨੇ, ਰਿਸਪੈਕਟ ਕਰਦੇ ਆ, ਏਜੰਡੇ ਪੈਣਗੇ, ਪੰਚਾਇਤਾਂ ਏਜੰਡੇ ਪਾਉਣਗੀਆਂ ਵੀ ਇੰਨੇ ਰੁਪਈਆਂ ਤੋਂ ਵੱਧ ਕਿੱਲੇ ਦੀ ਜਿਹੜੀ ਹੈ ਝੋਨਾ ਲਵਾਈ ਨਹੀਂ ਦੇਣੀ ਹਨਾ। ਹੋਰ ਵੀ ਜਿਹੜੇ ਸੀਜ਼ਨ ਜਿਹੜੀਆਂ ਮਤਲਬ ਜਿਵੇਂ ਫਸਲਾਂ ਆਉਂਦੀਆਂ ਤਾਂ ਉਦੋਂ ਇਹ ਚੀਜ਼ਾਂ ਹੁੰਦੀਆਂ ਨੇ। ਯਾਰ ਕੀ ਕਰਨਗੇ ਸਾਡੇ ਲੋਕ, ਕਿੱਥੇ ਜਾਣਗੇ? ਇੰਨੀ ਗਰਮੀ ਦੇ ਵਿੱਚ ਝੋਨਾ ਲਾਉਣਾ, ਕੋਡੀ ਢੂਈ ਖੜ ਕੇ ਸਾਰਾ ਦਿਨ ਹਨਾ। ਤਾਂ ਮਤਲਬ ਐ ਨਹੀਂ ਆਪਾਂ ਸ਼ਬਦ ਨਹੀਂ ਬੋਲ ਸਕਦੇ ਵੀ ਕਿੰਨੀ ਜ਼ਿਆਦਾ ਬੰਦੇ ਨੂੰ ਤਕਲੀਫ ਹੁੰਦੀ ਹੈ। ਹੱਕ ਹਲਾਲ ਦੀ ਮਿਹਨਤ ਕਰਦੇ ਆ ਯਾਰ, ਫਿਰ ਵੀ ਇਹਨਾਂ ਨੂੰ ਆਪੱਤੀ ਹੈ। ਤੇ ਨਾਲ ਇਹ ਏਜੰਡੇ ਪਾ ਦਿੱਤੇ ਜਾਂਦੇ ਵੀ ਗਾਂ ਜਿਹੜੇ ਹੁਣ ਆਹ ਝੋਨਾ ਲਵਾਉਣਾ ਜਾਂ ਨਰਮਾ ਚੁਗਣਾ, ਇੰਨੇ ਰੁਪਈਆਂ ਤੋਂ ਵੱਧ ਕਿੱਲੇ ਦੀ ਜਿਹੜੀ ਤੁਹਾਨੂੰ ਨਹੀਂ ਦਿੱਤੀ ਜਾਣੀ। ਜਦੋਂ ਕਿ ਮਹਿੰਗਾਈ ਹੈ ਜਿਹੜੀ ਉਹ ਮਤਲਬ ਸਾਡੇ ਨੱਕੋ ਨੱਕ ਅਸੀਂ ਭਰ ਚੁੱਕੇ ਹਾਂ। ਸਿਲੰਡਰ ਕਿੱਥੇ ਜਾ ਵੜਿਆ, ਡੀਜ਼ਲ ਪੈਟਰੋਲ ਕਿੱਥੇ ਜਾ ਵੜਿਆ, ਹਰੇਕ ਚੀਜ਼ ਹੈ ਜਿਹੜੀ। ਸਬਜ਼ੀਆਂ ਦੇਖ ਲਓ ਤੁਸੀਂ ਹੁਣ ਇਸ ਟਾਈਮ, ਸਬਜ਼ੀਆਂ ਇੰਨੀਆਂ ਜ਼ਿਆਦਾ ਮਹਿੰਗੀਆਂ ਹੋ ਗਈਆਂ ਕਿ ਗਰੀਬ ਲੋਕ ਚਟਨੀ ਨਾਲ ਰੋਟੀ ਖਾਣ ਲਈ ਮਜਬੂਰ ਹੋ ਗਏ। ਇਹ ਹਕੀਕਤ ਹੈ ਸਾਡੇ ਲੋਕਾਂ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਸੋਚਣੀਆਂ ਚਾਹੀਦੀਆਂ, ਸਰਕਾਰਾਂ ਨੂੰ ਵੀ ਸੋਚਣੀਆਂ ਚਾਹੀਦੀਆਂ। ਔਰ ਮੈਂ ਜਰਨਲ ਭਰਾਵਾਂ ਨੂੰ ਮੇਰੇ ਨੂੰ ਬੇਨਤੀ ਕਰਦਾ ਵੀ ਬਾਈ ਉਹਨਾਂ ਦੇ ਮਗਰ ਨਾ ਲੱਗੋ। ਜਿਹੜੀਆਂ ਝੂਠ ਪ੍ਰਚਾਰ ਫੈਲਾਉਣ ਵਾਲਾ ਮਾਸਟਰਮਾਈਂਡ ਉਹੀ RSS ਦੀ ਆਈਡੀਓਲੋਜੀ ਰੱਖਣ ਵਾਲੇ ਲੋਕ ਜਿਹੜੇ ਇਹ ਚੀਜ਼ਾਂ ਫੈਲਾ ਦਿੰਦੇ ਆ, ਗਲਤ ਚੀਜ਼ਾਂ ਫੈਲਾ ਦਿੰਦੇ ਆ ਕਿ ADC ਹੈ ਜੀ, ਜੱਜ ਹੈ ਜੀ, SDM ਹੈ ਜੀ, ਉਹਦਾ ਬੇਟਾ ਫਲਾਣਾ ਤਹਿਸੀਲਦਾਰ ਹੈ। ਇਹ ਚੀਜ਼ਾਂ ਹੈ ਨਹੀਂ ਗੀਆਂ, ਹਕੀਕਤ ਹੈ ਨਹੀਂ ਇਹ ਬਿਲਕੁਲ। ਸੋ ਇਹ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਚੈਨਲ ਤੋਂ ਸਾਡੀ ਆਵਾਜ਼ ਨੂੰ, ਸਾਡੀ ਹਕੀਕਤ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਗੱਲਬਾਤ ਕੀਤੀ ਡਾਕਟਰ ਬਲਵਿੰਦਰ ਦੇ ਨਾਲ, ਤਾਂ ਉਹਨਾਂ ਦਾ ਕਹਿਣਾ ਹੈ ਕਿ ਜੋ ਸਾਡੇ ਹਾਲਾਤ ਸੀ ਇਹ ਰਿਜ਼ਰਵੇਸ਼ਨ ਇਸ ਲਈ ਦਿੱਤੀ ਗਈ ਸੀ ਕਿ ਕੋਈ ਬਰਾਬਰਤਾ ਆ ਸਕੇ। ਸਾਡੇ ਤਾਂ ਇੱਥੇ ਥੁੱਕਣ ਦਾ ਅਧਿਕਾਰ ਨਹੀਂ ਸੀ, ਤੁਰਨ ਦਾ ਅਧਿਕਾਰ ਨਹੀਂ ਸੀ, ਘਰੋਂ ਬਾਹਰ ਨਿਕਲਣ ਦਾ 12 ਵਜੇ ਤੋਂ ਪਹਿਲਾਂ ਅਧਿਕਾਰ ਨਹੀਂ ਸੀ। ਤਾਂ ਉਹ ਚੀਜ਼ਾਂ ਦੇ ਵਿੱਚੋਂ ਅਸੀਂ ਨਿਕਲੇ। ਨਾਲ ਹੀ ਉਹਨੇ ਇੱਕ ਚੈਲੰਜ ਵੀ ਕੀਤਾ ਕਿ ਸਾਡੇ ਘਰਾਂ ਦੇ ਵਿੱਚ ਆ ਜਾਓ, ਜੇਕਰ ਤੁਹਾਨੂੰ 5% ਘਰਾਂ ਦੇ ਵਿੱਚ ਤੋਂ ਜ਼ਿਆਦਾ ਜੀ AC ਮਿਲ ਜਾਵੇ, ਜੇਕਰ ਸਾਡੇ ਘਰਾਂ ਦੇ ਵਿੱਚ ਤੁਹਾਨੂੰ 200 ਯੂਨਿਟ 400 ਯੂਨਿਟ ਸਰਕਾਰ ਮਾਫ ਦਿੰਦੀ ਸੀ, ਉਸ ਤੋਂ ਜ਼ਿਆਦਾ ਕਿਤੇ ਬਿੱਲ ਆਇਆ ਮਿਲ ਜਾਵੇ, ਸਾਨੂੰ ਤੁਸੀਂ ਜੋ ਮਰਜ਼ੀ ਕਹਿ ਲਓ। ਪਰ ਸਾਡੇ ਤਾਂ ਕਹਿੰਦੇ ਸਾਨੂੰ ਤਾਂ 400 ਹੀ ਬਹੁਤ, ਸਾਨੂੰ 600 ਦੀ ਵੀ ਜ਼ਰੂਰਤ ਨਹੀਂ, ਸਾਨੂੰ ਸਰਕਾਰ ਨੇ ਪਹਿਲਾਂ ਹੀ ਬਹੁਤ ਦਿੱਤੀ ਹੈ। ਸਾਡਾ ਉਹ ਜਿਹੜੀ ਹੈ ਬਲਦੀ ਨਹੀਂ, ਕਿਉਂਕਿ ਸਾਡੇ ਘਰਾਂ ਵਿੱਚ 1 ਕੂਲਰ, 2 ਪੱਖੇ ਤੇ 2 ਬਲਬ ਹੁੰਦੇ ਆ। ਤਾਂ ਸਾਡੇ AC ਮੈਂ ਪੁੱਛਿਆ ਤਾਂ ਉਹ ਕਹਿੰਦੇ AC ਦਾ ਵੀ ਤੁਸੀਂ ਸਰਵੇ ਕਰ ਲਓ, ਦੇਖ ਲਓ ਕਿ ਸਾਡੇ ਘਰਾਂ ਵਿੱਚ ਕਿੰਨੇ AC ਹੈ। ਕੈਮਰਾ ਪਰਸਨ ਹਿਮਤਾਜ ਢਿੱਲੋਂ ਦੇ ਨਾਲ
ਇੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ।